हथियार नहीं, कोई कृपान नहीं, कोई 47 नहीं। ये वो लोग हैं जिनके दिल में कौम का दर्द है, जो चाहते हैं कि हमारा भी कौमी घर हो। ये कोई पैसे देकर आई हुई भीड़ नहीं है, ये कोई डरा कर आई हुई भीड़ की नहीं है इंडिया की तरह। Voting for this means for me is really thinking about my mother. She was 20 years old when the events of 1984 took place. So being here is more than just about me. It's honoring the people before me that have suffered a lot of trials and tribulations. ਜਿਹੜਾ ਅਸੀਂ ਇਹ ਖਾਲਿਸਤਾਨ ਰੈਫਰੈਂਡਮ ਕਰਵਾ ਰਹੇ ਹਾਂ, ਦਿਸ ਇਜ਼ ਅਬਾਊਟ ਦੀ ਪੰਜਾਬ ਵਿਚ ਇਜ਼ ਕਰੰਟਲੀ ਆਕੂਪਾਈਡ ਬਾਈ ਇੰਡੀਆ। ਉਹ ਪੰਜਾਬ ਜਿਹੜਾ ਕਿ ਇਸ ਵਕਤ ਭਾਰਤ ਨੇ ਕਬਜ਼ੇ 'ਚੋਂ ਕੀਤਾ ਹੋਇਆ 1947 ਤੋਂ। ਪਰ ਸਿੰਸ 1984 ਜਿਹੜੀ ਸਿੱਖ ਪੰਥ ਹੈ, ਸਿੱਖ ਕੌਮ ਹੈ, ਦੇ ਹੈਵ ਬੀਨ ਪਰਸੀਕਿਊਟਿਡ ਬਿਕਾਜ਼ ਆਫ ਦੇਅਰ ਰਿਲੀਜਨ ਐਂਡ ਆਫ ਦੇਅਰ ਪੋਲੀਟੀਕਲ ਓਪੀਨੀਅਨ। ਜਦੋਂ ਉਹਨਾਂ ਦੇ ਉੱਤੇ ਸਿੱਖ ਨਸਲਕੁਸ਼ੀ ਹੋਈ ਹੈ ਪੰਥ ਦੇ ਉੱਤੇ, ਤੇ ਉਹ ਜਿੰਨੇ ਵੀ ਉੱਥੋਂ ਦੇ ਉਦੋਂ ਦੇ ਨੌਜਵਾਨ ਸੀ ਜਾਂ ਪਰਿਵਾਰ ਸੀ, ਉਹ ਨਿਕਲ ਕੇ ਬਾਹਰਲੇ ਦੇਸ਼ਾਂ ਵਿੱਚ ਆਏ, ਬਾਹਰਲੇ ਮੁਲਕਾਂ 'ਚ ਆਏ, ਚਾਹੇ ਆਸਟ੍ਰੇਲੀਆ ਸੀ, ਚਾਹੇ ਨਿਊਜ਼ੀਲੈਂਡ ਸੀ, ਚਾਹੇ ਯੂਰਪੀਅਨ ਯੂਨੀਅਨ ਸੀ, ਜਾਂ ਅਮਰੀਕਾ ਕੈਨੇਡਾ। ਇੱਥੇ ਉਹਨਾਂ ਨੂੰ ਰਿਫਿਊਜੀ ਸਟੇਟਸ ਮਿਲਿਆ ਬੇਸਡ ਔਨ ਦੇਅਰ ਪੋਲੀਟੀਕਲ ਓਪੀਨੀਅਨ, ਪਰਸੀਕਿਊਸ਼ਨ ਬੇਸਡ ਔਨ ਦੇਅਰ ਪੋਲੀਟੀਕਲ ਓਪੀਨੀਅਨ ਐਂਡ ਬਿਕਾਜ਼ ਆਫ ਦੇਅਰ ਰਿਲੀਜਨ। ਸੋ ਇਹ ਸਾਰਾ ਪੰਥ ਜਿਹੜਾ ਹੈ, ਜਿਹੜੀ ਸਾਰੇ ਸਿੱਖ ਕੌਮ ਮੈਜੋਰਟੀ ਬਾਹਰ ਹੈਗੀ ਹੈ, ਉਹ ਹੈ ਜਿਨ੍ਹਾਂ ਦੇ ਉੱਤੇ ਪਿੱਛੇ ਧੱਕਾ ਹੋਇਆ, ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਜੈਨੋਸਾਈਡ ਹੋਇਆ। ਸੋ ਇੱਕ ਤਰੀਕੇ ਦੇ ਨਾਲ ਜਿਹੜੇ 20 ਮੁਲਕ ਹੈ ਬਾਹਰਲੇ, ਉਹ ਆਲਰੇਡੀ ਇਸ ਗੱਲ ਦੇ ਉੱਤੇ ਮੋਹਰ ਲਾ ਕੇ ਬੈਠੇ ਹੈ ਕਿ ਇੰਡੀਆ ਦੇ ਵਿੱਚ ਚਾਹੇ ਪੰਜਾਬ ਹੈ ਜਾਂ ਸਿੱਖ ਬਾਹਰਲੀ ਸਟੇਟਾਂ 'ਚ ਵੱਸਦੇ ਆ, ਉੱਥੇ ਉਹਨਾਂ ਨੂੰ ਨਾ ਧਾਰਮਿਕ ਆਜ਼ਾਦੀ ਹੈ, ਨਾ ਉਹਨਾਂ ਨੂੰ ਰਾਜਨੀਤਿਕ ਵਿਚਾਰਾਂ ਦੀ ਆਜ਼ਾਦੀ ਹੈ। ਜੇ ਖਾਲਿਸਤਾਨ ਦੀ ਗੱਲ ਕਰਦੇ ਆ, ਅੱਜ ਵੀ ਉਹਨਾਂ 'ਤੇ ਤਸ਼ੱਦਦ ਹੁੰਦਾ। ਅੱਜ ਦੇ ਦਿਨਾਂ ਦੀ ਮੈਂ ਗੱਲ ਕਰਦਾ, ਪਿਛਲੀ ਡਿਕੇਡਸ ਦੇ ਵਿੱਚ ਤੇ ਟਾਰਚਰ ਹੁੰਦਾ ਸੀ ਤੇ ਉਹਨਾਂ ਨੂੰ ਮਾਰ ਮੁਕਾਇਆ ਜਾਂਦਾ ਸੀ ਝੂਠੇ ਮੁਕਾਬਲਿਆਂ 'ਚ। ਸੋ ਇਸ ਕਰਕੇ ਜਿਹੜਾ ਖਾਲਿਸਤਾਨ ਰੈਫਰੈਂਡਮ ਹੈ, ਅਸੀਂ ਉਹ 31 ਅਕਤੂਬਰ 2021 ਲੰਡਨ UK 'ਚ ਸ਼ੁਰੂ ਕੀਤਾ ਸੀ, and then we are going in the phases from country to country and we're going to do it globally. So ਸਾਨੂੰ ਅਸੀਂ ਆਪਣੀ ਗੱਲ ਕਰ ਸਕਦੇ ਹਾਂ ਕਿ ਸਾਨੂੰ ਨਾ ਤਾਂ ਮੌਤ ਦਾ ਡਰ ਹੈ, ਨਾ ਸਾਨੂੰ ਭਾਰਤੀ ਹਕੂਮਤ ਦਾ ਡਰ ਹੈ। ਬਟ ਹੈਵਿੰਗ ਸਟੇਟਡ that doesn't mean ਕਿ ਅਸੀਂ ਸੜਕਾਂ ਦੇ ਉੱਤੇ ਖੁੱਲ੍ਹੇਆਮ ਘੁੰਮਦੇ ਪਏ ਹਾਂ ਤੇ ਤਾਂ ਕਿ ਭਾਰਤੀ ਹਕੂਮਤ ਦੇ ਜਿਹੜੇ ਏਜੰਟ ਹੈ ਉਹ ਸਾਡੇ 'ਤੇ ਗੋਲੀਆਂ ਚਲਾ ਸਕਣ। ਇਸ ਵਕਤ ਜਿਹੜੀ ਜੰਗ ਹੈ ਉਹ ਸਿੱਖ ਦੀ, ਪੰਥ ਦੀ, ਪੰਜਾਬ ਦੀ ਤੇ ਇੰਡੀਆ ਦੀ ਲੱਗੀ ਹੋਈ ਹੈ। ਇੰਡੀਆ ਦਾ ਨੈਰੇਟਿਵ ਹੈ, ਜੇ ਉਹ ਖਾਲਿਸਤਾਨ ਦੀ ਗੱਲ ਕਰੇਗਾ ਜਾਂ ਖਾਲਿਸਤਾਨ ਦੀ ਤਾਰੀਖ ਚਲਾਏਗਾ ਜਾਂ ਪੰਜਾਬ ਦੀ ਗੱਲ ਕਰੇਗਾ, ਤੇ ਉਹਨੂੰ ਉਹ ਪਾਕਿਸਤਾਨ ਦੇ ਨਾਲ ਜੋੜ ਕੇ, ISI ਦੇ ਨਾਲ ਜੋੜ ਕੇ, ਟੈਰਰਿਜ਼ਮ ਦੇ ਨਾਲ ਜੋੜ ਕੇ ਉਹਨੂੰ ਖਤਮ ਕਰ ਦਿੰਦੇ ਸੀ, ਚੁੱਪ ਕਰਾ ਦਿੰਦੇ ਸੀ। ਪਰ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਤਰੀਕ ਹੈ, ਇਹ ਜਿਹੜੀ ਮੁਹਿੰਮ ਹੈ, ਉਸਨੇ ਸਾਰਾ ਕੁਝ ਅਨਕਵਰ ਕਰ ਦਿੱਤਾ। ਦੇਖੋ, ਜਿਹੜੀ ਅਸੈਸੀਨੇਸ਼ਨ ਦਾ ਉਹਨਾਂ ਨੇ ਇੰਡਾਈਟਮੈਂਟ ਕੱਢੀ ਹੈ, ਦਿਸ ਇਜ਼ ਦੀ US ਡਿਪਾਰਟਮੈਂਟ ਆਫ ਜਸਟਿਸ। ਸੋ ਆਈ ਵਿਲ ਲੈਟ ਅਮਰੀਕਨ ਗਵਰਨਮੈਂਟ ਐਂਡ US ਡਿਪਾਰਟਮੈਂਟ ਆਫ ਜਸਟਿਸ ਸਪੀਕ ਔਨ ਵੀ ਕੀ ਇੰਡਾਈਟਮੈਂਟ ਹੈ, ਕੀ ਥ੍ਰੈਟ ਹੈ, ਕਿਉਂਕਿ ਮੈਂ ਤਾਂ ਨਾ ਮੀਡੀਆ ਕੋਲ ਗਿਆ, ਨਾ ਮੈਂ ਮੀਡੀਆ ਕੋਲ ਹੁਣ ਜਾਂਦਾ, ਨਾ ਮੈਂ ਇਹਨਾਂ ਦੀਆਂ ਏਜੰਸੀਜ਼ ਕੋਲ ਗਿਆ। ਆਮ ਜਸਟ ਮੇਕਿੰਗ ਸ਼ੋਰ ਕਿ ਅਸੀਂ ਕੰਸਨਟਰੇਟ ਕਰੀਏ ਕਿ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਤਾਰੀਖ ਚਲਾ ਰਹੇ ਹਾਂ। ਜਦੋਂ ਸ਼ਹੀਦ ਨਿੱਜਰ ਦੀ ਇਹਨਾਂ ਨੇ ਕਤਲ ਕੀਤਾ, ਅਸੈਸੀਨੇਸ਼ਨ ਕੀਤੀ ਹੈ, ਉਦੋਂ 10 ਸਤੰਬਰ ਨੂੰ ਅਸੀਂ ਜਿਹੜਾ ਉੱਥੇ ਰੈਫਰੈਂਡਮ ਕਰਾਇਆ। 18 ਸੈਪਟੈਂਬਰ ਨੂੰ ਪ੍ਰਾਈਮ ਮਿਨਿਸਟਰ ਟਰੂਡੋ ਬੋਲਿਆ ਵੀ ਇੰਡੀਅਨ ਏਜੰਟਸ ਦਾ ਹੱਥ ਹੈ। ਉਸ ਤੋਂ ਬਾਅਦ ਅਸੀਂ 29 ਅਕਤੂਬਰ ਨੂੰ ਫਿਰ ਕਰਾਇਆ। ਸੋ ਵੀ ਆਰ continuing our campaign not only now globally but we are going to Punjab and other states of India. ਕੋਈ ਚੋਇਸ ਕੋਈ ਨਹੀਂ ਹੈਗੀ ਨਾ ਹੋਰ। Like Sikhs have fought Indian forces and they won many battles. ਪਰ ਜੋ ਅੱਜ 30 ਸਾਲ ਤੋਂ ਬਾਅਦ ਤੁਸੀਂ ਇੱਕ ਵਾਰ ਦੁਬਾਰਾ ਜਦੋਂ ਮੁਹਿੰਮ ਚਲਾਉਣੀ ਹੈ, then you have to go with the word order. Word order is ਕਿ ਤੁਸੀਂ ਡੈਮੋਕ੍ਰੈਟਿਕਲੀ, ਪੀਸਫੁਲੀ ਆਪਣੀ ਗੱਲ ਦੁਨੀਆ ਦੇ ਮੁਲਕਾਂ ਨੂੰ ਦੱਸੋ। ਦੁਨੀਆ ਦੇ ਮੁਲਕ ਤੁਹਾਡੇ ਨਾਲ ਖਲੋਂਦੇ ਹੈ। ਪਿਛਲੇ ਤੁਸੀਂ 20 ਸਾਲਾਂ 'ਚ ਦੇਖ ਲਓ ਤੇ ਘੱਟੋ ਘੱਟ 15 ਮੁਲਕ ਜਿਹੜੇ ਆ ਉਹ ਬਣੇ ਆ। ਉਹਨਾਂ 'ਚੋਂ ਹਥਿਆਰਬੰਦ ਉਹ ਬਣੇ ਆ ਜਿੱਥੇ ਸਿਵਲ ਵਾਰ ਹੋਈ ਹੋਵੇ, ਅਦਰਵਾਈਜ਼ ਜਗ੍ਹਾ ਜਗ੍ਹਾ ਦੇ ਉੱਤੇ ਰੈਫਰੈਂਡਮ ਹੋ ਕੇ ਮੁਲਕ ਬਣੇ ਆ। ਸੋ ਦਿਸ ਇਜ਼ ਦੀ ਨਿਊ ਵਰਡ ਆਰਡਰ ਕਿ ਤੁਸੀਂ ਆਪਣੀ ਗੱਲ ਜਿਹੜੀ ਪੀਸਫੁਲੀ ਤੇ ਡੈਮੋਕ੍ਰੈਟਿਕਲੀ ਦੁਨੀਆ ਨੂੰ ਦੱਸਣੀ ਹੈ ਕਿ ਵੀ ਆਰ ਫੋਲੋਇੰਗ ਦ UN ਲਾਜ਼ ਕਿ ਆਲ ਪੀਪਲ ਹੈਵ ਏ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਸੋ ਜੋ ਅੱਜ ਦੀ ਤਾਰੀਖ ਹੈ ਉਹ ਇਹੀ ਹੈ ਕਿ ਅਸੀਂ ਪਹਿਲਾਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਹੂ ਇਜ਼ ਟੈਰਰਿਸਟ। ਜਿਹੜਾ ਪੰਜਾਬ ਹੈ ਤੇ ਜਿਹੜੇ ਪੰਜਾਬੀ ਹੈ, ਚਾਹੇ ਉਹ ਪਾਕਿਸਤਾਨ ਦਾ ਅਵਾਮ ਹੈ, ਚਾਹੇ ਉਹ ਪੰਜਾਬ ਦਾ ਇੱਥੇ ਦਾ ਅਵਾਮ ਹੈ ਜਿਹੜਾ ਭਾਰਤੀ ਕਬਜ਼ੇ ਵਾਲਾ ਹੈ, ਜਾਂ ਪੰਜਾਬ ਦਾ ਜਿਹੜਾ ਪੰਜਾਬੀ ਉਹ ਦੁਨੀਆ 'ਚ ਕਿਤੇ ਵੀ ਵਸਿਆ ਹੋਇਆ, ਉਹ ਖਾਲਿਸਤਾਨ ਦੇ ਤੇ ਸਿੱਖ ਦੇ ਹੱਕ 'ਚ ਹਮੇਸ਼ਾ ਖੜਾ ਤੇ ਖੜਾ ਰਹੇਗਾ। ਜੇ ਸਰਕਾਰਾਂ ਦੀ ਆਪਾਂ ਗੱਲ ਕਰੀਏ ਤਾਂ ਆਈ ਹੈਵ ਚੈਲੰਜਡ ਦੀ ਮੋਦੀ ਰਜੀਮ ਐਂਡ ਐਵਰੀ ਗਵਰਨਮੈਂਟ ਓਪਨਲੀ ਕਿ ਵੀ ਅਸੀਂ ਜਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੀਗਾ, ਜਾਂ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਸੀਗਾ, ਜਾਂ ਬਾਈਡਨ ਹੈ ਜਾਂ ਟਰੰਪ ਹੈ, ਅਸੀਂ ਮੁਲਕ ਦੇ ਜਿਹੜੇ ਮੁਲਕਾਂ ਦੇ ਵਿੱਚ ਸਿੱਖ ਵੱਸਦੇ, ਅਸੀਂ ਹਰ ਇੱਕ ਦੇ ਕੋਲੋਂ ਮੰਗ ਕਰਦੇ ਹਾਂ ਕਿ ਤੁਸੀਂ ਖਾਲਿਸਤਾਨ ਰੈਫਰੈਂਡਮ ਦੀ ਤੇ ਖਾਲਿਸਤਾਨ ਦੀ ਸਪੋਰਟ ਕਰੋ। ਬਟ ਉਹਨਾਂ ਦੇ ਕੋਲ ਕੁਛ ਵੀ ਇਹੋ ਜਿਹਾ ਐਵੀਡੈਂਸ ਨਹੀਂ ਹੈ ਕਿ ਇਹਦੇ ਵਿੱਚ ਪਾਕਿਸਤਾਨ ਇਨਵੋਲਵ ਹੈ ਜਾਂ ਅਮਰੀਕਨ ਏਜੰਸੀ ਇਨਵੋਲਵ ਹੈ। ਦਿਸ ਇਜ਼ ਏ ਗਲੋਬਲ ਸਿੱਖ ਕੰਪੇਨ, ਗ੍ਰਾਸ ਰੂਟ ਕੰਪੇਨ ਹੈ।